ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਬੀਤੀ ਰਾਤ ਜਿਹੜੇ ਪੰਜਾਬ ਦੇ ਅੰਦਰ ਵੱਡੇ ਪ੍ਰਸ਼ਾਸਨ ਦੇ ਫੇਰਬਦਲ ਹੋਏ ਨੇ, ਉਹਦੇ ਵਿੱਚ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਅਕਾਲੀ ਪੱਖੀ ਤੇ ਆਰਐਸਐਸ ਪੱਖੀ ਜਿਹੜੇ ਅਫਸਰ ਹੈ ਉਹ ਲਗਾਏ ਗਏ ਨੇ। ਲਗਾਏ ਕਿਹਨੇ? ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਕਿਹਦੀ ਹੈ? ਕਾਂਗਰਸ ਦੀ ਤੇ ਕੈਪਟਨ ਅਮਰਿੰਦਰ ਸਿੰਘ ਜੀ। ਅਕਾਲੀ ਪੱਖੀ ਤੇ ਆਰਐਸਐਸ ਪੱਖੀ ਅਫਸਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਉਂ ਲਗਾਏ ਗਏ ਨੇ? ਜੇਕਰ ਇਹ ਖਬਰ ਸੱਚ ਹੈ ਤਾਂ ਕੀ ਮਕਸਦ ਹੋ ਸਕਦਾ ਹੈ? ਕਿਉਂਕਿ ਜਿਨ੍ਹਾਂ ਦੀ ਸਰਕਾਰ ਹੈ, ਅਗਲਾ ਆਪਣੇ ਪੱਖੀ ਅਫਸਰ ਲਾਉਂਦਾ ਤਾਂ ਦੂਜੇ ਵਿਰੋਧੀਆਂ ਪੱਖੀ ਅਫਸਰ ਕਿਉਂ ਲਗਾਏ ਜਾਣਗੇ? ਜੇਕਰ ਇਹ ਖਬਰ ਸੱਚ ਹੈ ਤਾਂ ਇਹਦੇ ਪਿੱਛੇ ਕੀ ਮਕਸਦ ਹੋ ਸਕਦਾ ਹੈ? ਇਸ ਤੇ ਵਿਸਤਾਰ ਪੂਰਵਕ ਜਿਹੜੀ ਹੈ ਉਹ ਚਰਚਾ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਜਿਹੜੇ ਸੱਦੇ ਗਏ, ਚਿੱਠੀ ਦੇ ਕੇ ਸੱਦੇ ਗਏ ਸੀਗੇ 5 ਮੰਤਰੀ ਤੇ ਵਿਧਾਇਕ ਜਿਹੜੇ ਆ, ਉਹਨਾਂ ਦੇ ਵਿੱਚੋਂ 3 ਜਿਹੜੇ ਜਾ ਕੇ ਚਿੱਠੀ ਦੇ ਕੇ ਆਏ ਨੇ ਭਾਈ ਧਿਆਨ ਸਿੰਘ ਮੰਡ ਹੋਰਾਂ ਨੂੰ। ਕੀ ਕੁਝ ਗੱਲਬਾਤ ਹੋਈ ਹੈ ਕਿ ਧਿਆਨ ਸਿੰਘ ਮੰਡ ਹੋਰੀ ਕੀ ਕਹਿ ਰਹੇ ਨੇ ਪੰਜਾਬ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਪ੍ਰਤੀ? ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੱਲ ਸੋਨੀਆ ਗਾਂਧੀ ਦੀ ਇੱਕ ਅਹਿਮ ਬੈਠਕ ਹੋਈ, ਉਹਦੇ ਵਿੱਚ ਕੀ ਕੁਝ ਫੈਸਲਾ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਡਾਕਟਰ ਭੀਮੇਂਦਰ ਸਿੰਘ ਜੀ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਦਾ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਕੱਲ ਵੱਡੇ ਪ੍ਰਸ਼ਾਸਨਿਕ ਫੇਰਬਦਲ ਹੋਏ ਨੇ ਤੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੀ ਇਹ ਅਫਸਰ ਲੱਗੇ ਨੇ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਅਫਸਰ ਉਹ ਨੇ ਜਿਹੜੇ ਜਾਂ ਤਾਂ ਅਕਾਲੀ ਪੱਖੀ ਨੇ, ਅਕਾਲੀ ਸਰਕਾਰ ਮੌਕੇ ਦੇ ਜਿਹੜੇ ਉਹਨਾਂ ਦੇ ਕਰੀਬੀ ਰਹੇ ਨੇ, ਤੇ ਜਾਂ ਫਿਰ ਆਰਐਸਐਸ ਪੱਖੀ ਜਿਹੜੀ ਉਹਨਾਂ ਦੀ ਸੋਚ ਹੈ। ਕਿਵੇਂ ਦੇਖਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੀ ਹੈ, ਮੁੱਖ ਮੰਤਰੀ ਦੀ ਕਾਂਗਰਸ ਦਾ ਹੈ, ਤੇ ਜਿਹੜੇ ਅਫਸਰ ਲਗਾਏ ਜਾਂਦੇ ਨੇ, ਜੇਕਰ ਇਹ ਖਬਰ ਸੱਚ ਹੈ ਤਾਂ ਵਿਰੋਧੀਆਂ ਦੇ ਪੱਖੀ ਅਫਸਰ ਕਿਉਂ ਲਗਾਏ ਜਾ ਰਹੇ ਨੇ? ਕਿਉਂਕਿ ਪਹਿਲਾਂ ਵੀ, ਇਸ ਤੋਂ ਪਹਿਲਾਂ ਵੀ ਜਿਹੜੇ ਵਿਧਾਇਕ ਤੇ ਮੰਤਰੀ ਸੀ ਉਹ ਵੀ ਇਲਜ਼ਾਮ ਲਗਾਉਂਦੇ ਰਹੇ ਆ ਕਿ ਪੰਜਾਬ ਦੇ ਅੰਦਰ ਜਿਹੜੇ ਅਫਸਰ ਹੈ ਉਹ ਸਾਡੀ ਨਹੀਂ ਸੁਣਦੇ, ਉਹਦਾ ਸਗੋਂ ਦੀ ਅਕਾਲੀਆਂ ਦੀ ਸੁਣਦੇ ਆ। ਕਹਿੰਦੇ ਕਿ ਐਂ ਲੱਗਦਾ ਹੀ ਨਹੀਂ ਕਿ ਸਾਡੀ ਸਰਕਾਰ ਹੈ, ਐਂ ਲੱਗਦਾ ਜਿਵੇਂ ਅਕਾਲੀਆਂ ਦੀ ਸਰਕਾਰ ਹੁੰਦੀ ਹੈ। ਤਾਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਫੇਰਬਦਲ ਤੋਂ ਬਾਅਦ ਉਹੀ ਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਅਫਸਰ ਲੱਗੇ ਨੇ ਉਹ ਜਾਂ ਤਾਂ ਅਕਾਲੀ ਪੱਖੀ ਨੇ ਜਾਂ ਆਰਐਸਐਸ ਸੋਚ ਪੱਖੀ ਨੇ। ਇਸ ਦੇ ਪਿੱਛੇ ਕੀ ਮਕਸਦ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਦਾ, ਜੇਕਰ ਵਾਕਈ ਇਹ ਖਬਰ ਸੱਚ ਹੈ? ਸੁਖਵਿੰਦਰ ਰੰਧਾਵਾ ਜੀ ਨੇ ਕੱਲ ਇੱਕ ਬਿਆਨ ਦਿੱਤਾ ਸੀਗਾ ਸੁਖਵਿੰਦਰ ਜੀ ਕਿ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸੁਮੇਧ ਸੈਣੀ ਹੋਰਾਂ ਨੂੰ ਰਿਲੀਜ਼ ਕੀਤਾ ਗਿਆ, ਉਹਨਾਂ ਨੂੰ ਬਰੀ ਕੀਤਾ ਗਿਆ, ਗਲਤ ਤਰੀਕੇ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਤਾਂ ਸੁਖਜਿੰਦਰ ਰੰਧਾਵਾ ਹੋਰਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਸਾਰਾ ਚੀਜ਼ ਹੈ, ਖਾਸ ਤੌਰ ਤੇ ਉਹਨਾਂ ਨੇ ਵਕੀਲਾਂ ਦੇ ਉੱਤੇ ਵੱਡੇ ਸਵਾਲ ਚੁੱਕੇ ਸੀਗੇ, ਔਰ ਇਹਨਾਂ ਤੋਂ ਇਲਾਵਾ ਉਹਨਾਂ ਨੇ ਵਿਜੀਲੈਂਸ ਅਧਿਕਾਰੀਆਂ ਦੇ ਉੱਤੇ ਵੱਡੇ ਸਵਾਲ ਚੁੱਕੇ ਸੀਗੇ। ਔਰ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਦੇ ਵਿਧਾਇਕ ਹੋਣ ਜਾਂ ਆਮ ਜਿਹੜੇ ਨੇ ਵਲੰਟੀਅਰ ਸਾਹਿਬਾਨ ਹੋਣ ਜਾਂ ਇੱਥੋਂ ਤੱਕ ਮਿਨਿਸਟਰ ਹੋਣ, ਉਹ ਵੀ ਇਹ ਗੱਲਾਂ ਕਰਦੇ ਆ ਰਹੇ ਨੇ ਕਿ 4.5 ਸਾਲ ਹੋ ਗਏ ਸਾਡੀ ਸਰਕਾਰ ਬਣੀ ਨੂੰ, ਸਾਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੀ ਸਰਕਾਰ ਹੈ। ਸਰਕਾਰ ਦਾ ਅਫਸਰ ਚਲਾ ਰਹੇ ਨੇ, ਔਰ ਅਫਸਰ ਵੀ ਕੌਣ, ਕਿਹਨਾਂ ਦੇ ਲਗਾਏ ਹੋਏ ਨੇ? ਜਿਹੜੇ ਅਕਾਲੀ ਦਲ ਦੇ ਲਗਾਏ ਹੋਏ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ, ਇਹ ਨਹੀਂ ਕਿ ਹੁਣ ਕੋਈ ਨਵੀਂ ਗੱਲ ਇਹ ਸਾਹਮਣੇ ਆਈ ਹੈ, ਪਿਛਲੇ ਲੰਬੇ ਸਮੇਂ ਤੋਂ ਇਹ ਗੱਲਾਂ ਕਾਂਗਰਸ ਦੇ ਵਿਦਿਨ ਪਾਰਟੀ ਦੇ ਵਿੱਚ ਵੀ ਉੱਠਦੀਆਂ ਰਹੀਆਂ ਨੇ ਔਰ ਬਾਹਰ ਵੀ ਉੱਠਦੀਆਂ ਰਹੀਆਂ ਨੇ, ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਦੇ ਵਿੱਚ ਫਰਸਟ੍ਰੇਸ਼ਨ ਵਧੀ ਹੈ, ਔਰ ਉਸ ਫਰਸਟ੍ਰੇਸ਼ਨ ਦਾ ਨੁਕਸਾਨ ਜਿਹੜਾ ਹੈਗਾ ਕਾਂਗਰਸ ਨੂੰ ਹੋਇਆ। ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ 2 ਫਾੜ ਹੋਈ ਕਾਂਗਰਸ, ਔਰ ਉਹਦੇ ਵਿੱਚ ਵੱਡੇ ਜਿਹੜੇ ਸੀਗੇ ਪੁਆੜੇ ਪਏ, ਔਰ ਉਹਦਾ ਨਤੀਜਾ ਅੱਜ ਕਾਂਗਰਸ ਦੇ ਵਿੱਚ ਆਪਾਂ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਚਿਹਰਾ ਕਹਿੰਦੇ ਸੀਗੇ ਕਿ ਕੈਪਟਨ ਸਾਹਿਬ ਬਣਨਗੇ, ਉਹ ਜਿਹੜੇ ਨੇ ਉਹਨਾਂ ਦੇ ਉੱਤੇ ਲਕੀਰ ਫਿਰਦੀ ਨਜ਼ਰ ਆ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿ ਬਾਰ-ਬਾਰ ਉਹਨਾਂ ਦੇ ਨੂੰ ਕਿਹਾ ਜਾ ਰਿਹਾ। ਕੱਲ ਵੀ ਕੈਪਟਨ ਸਾਹਿਬ ਨੇ ਸੁਖਵਿੰਦਰ ਰੰਧਾਵਾ ਹੋਰਾਂ ਨੂੰ ਜਿਹੜੀ ਹੈਗੀ ਹੈ ਇੱਕ ਘੁਰਕੀ ਵੀ ਦਿੱਤੀ ਹੈ ਕਿ ਤੁਸੀਂ ਜਿਹੜੀ ਜੇ ਕੋਈ ਗੱਲ ਕਰਨੀ ਹੈ ਤਾਂ ਅੰਦਰ ਖਾਤੇ ਕਰੋ, ਮੇਰੇ ਨਾਲ ਸਿੱਧੀ ਗੱਲ ਕਰੋ, ਵਿਦਿਨ ਪਾਰਟੀ ਕਰੋ, ਤੁਸੀਂ ਬਾਹਰ ਕਿਉਂ ਜਾ ਰਹੇ ਹੋ? ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਤਾਕਤ ਜਿਹੜੀ ਹੈਗੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਨੇ ਹਰਕਤ ਦੇ ਵਿੱਚ ਆਏ ਹੋਏ ਨੇ। ਸੋ ਉਸ ਹਰਕਤ ਦੇ ਵਿੱਚੋਂ ਇਹ ਜਿਹੜੀਆਂ ਨੇ ਨਵੀਆਂ ਅਹੁਦੇਦਾਰੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ, ਖਾਸ ਤੌਰ ਤੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਖਾਸ ਪੁਲਿਸ ਦਾ ਬਹੁਤ ਵੱਡਾ ਕੰਮ ਹੁੰਦਾ ਹੈ ਇਲੈਕਸ਼ਨ ਜਿਵੇਂ ਖਰਚਾ ਜਤਾਇਆ ਜਾਂਦਾ ਸੀ ਲੋਕਾਂ ਦੇ ਵੱਲੋਂ ਕਿ ਭਾਈ ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਅੱਗੇ ਆਉਂਦੇ ਨੇ
ਤਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਆਪਸੀ ਡਿਫਰੈਂਸਿਸ ਨੇ, ਬਹੁਤ ਸਾਰੇ ਲੋਕ ਕਿਆਸਾਰੀਆਂ ਲਾਉਂਦੇ ਸੀ ਕਿ ਜੇਕਰ ਸਿੱਧੂ ਅੱਗੇ ਆਏ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ, ਤਾਂ ਹੋ ਸਕਦਾ ਹੈ ਕਿ ਉਹ ਅਕਾਲੀ ਦਲ ਦੀ ਮਦਦ ਕਰ ਦੇਣ। ਕਿਤੇ ਇਹ ਤਾਂ ਨਹੀਂ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਦੇ ਅੰਦਰ, ਪੰਜਾਬ ਦੀ ਸਿਆਸਤ ਦੇ ਅੰਦਰ, ਪੰਜਾਬ ਦੇ ਲੋਕਾਂ ਦੇ ਅੰਦਰ ਕੱਦ ਵਧਦਾ ਜਾ ਰਿਹਾ ਹੈ, ਉਹਨੂੰ ਦੇਖਦਿਆਂ ਕਿਤੇ ਨਾ ਕਿਤੇ ਜਿਹੜੀ ਸਪੋਰਟ ਕੀਤੀ ਜਾ ਰਹੀ ਹੋਵੇ ਅਕਾਲੀ ਦਲ ਦੀ, ਜਿਵੇਂ ਸਿੱਧੂ ਦੇ ਸਲਾਹਕਾਰ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਕੈਪਟਨ ਦਾ ਚਾਹੁੰਦੇ ਹੋਣੇ ਆ ਕਿ ਸੁਖਬੀਰ ਭਰਾ ਆ ਜਾਵੇ ਪਰ ਨਵਜੋਤ ਸਿੰਘ ਸਿੱਧੂ ਨਾ ਆਵੇ। ਇਸੇ ਕਰਕੇ ਕਿਤੇ ਇਹ ਤਾਂ ਨਹੀਂ ਨਵਜੋਤ ਵੀ ਇਹ ਗੱਲ ਕਹਿੰਦੇ ਰਿਹਾ ਕਿ ਜਦੋਂ ਮੈਂ ਅੱਗੇ ਆਇਆ ਤੇ ਨਾਲ ਸਾਰਿਆਂ ਨੇ ਇਕੱਠੇ ਹੋ ਜਾਣਾ, ਕਿਤੇ ਉਹੀ ਗੱਲਾਂ ਤਾਂ ਨਹੀਂ ਕਿ ਸਿੱਧੂ ਦੇ ਖਿਲਾਫ ਵੀ ਲੋਕਾਂ ਨੂੰ ਸੌਂਪ ਦਿੱਤਾ ਜਾ ਰਿਹਾ ਹੋਵੇ। ਦੇਖੋ ਪੰਜਾਬ ਦੇ ਵਿੱਚ ਜੋ ਇਸ ਵੇਲੇ ਮਾਹੌਲ ਬਣ ਰਿਹਾ ਹੈ, ਉਹ ਤੁਸੀਂ ਦੇਖੋਗੇ ਕਿ ਅਕਾਲੀ ਦਲ ਦੇ ਨਾਲ ਬੀਜੇਪੀ ਦੇ ਬੰਦੇ ਆ ਰਹੇ ਨੇ ਔਰ ਕੈਪਟਨ ਸਾਹਿਬ ਜਿਹੜੇ ਨੇ ਆਪਣੀਆਂ ਜਿਹੜੀਆਂ ਨੇ ਤੁਹਾਨੂੰ ਪਤਾ ਹੈ ਕਿ ਸ਼ਤਰੰਜ ਦੀਆਂ ਚਾਲਾਂ ਚੱਲ ਰਹੇ, ਤੁਹਾਨੂੰ ਵੀ ਤੁਸੀਂ ਵੀ ਇਹ ਇਸ਼ਾਰਾ ਕਰ ਰਹੇ ਹੋ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਦੋ ਧਿਰਾਂ ਜਿਹੜੀਆਂ ਨੇ ਵਿਰੋਧੀ ਧਿਰਾਂ ਕਿਹੜੀਆਂ ਨੇ, ਆਮ ਆਦਮੀ ਪਾਰਟੀ ਤੇ ਨਵਜੋਤ ਸਿੰਘ ਸਿੱਧੂ। ਔਰ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਨਾ ਤਾਂ ਉਹ ਆਮ ਆਦਮੀ ਪਾਰਟੀ ਨੂੰ ਵੇਖਣਾ ਚਾਹੁੰਦੇ ਨੇ ਸੱਤਾ ਦੇ ਵਿੱਚ, ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਵੇਖਣਾ ਚਾਹੁੰਦੇ ਨੇ। ਇਹਦੇ ਨਾਲ ਕੀ ਹੋਏਗਾ ਕਿ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਉਹ ਕੈਪਟਨ ਸਾਹਿਬ ਹੋਣ, ਸੋ ਕੈਪਟਨ ਸਾਹਿਬ ਦਾ ਧੜਾ ਜਾਂ ਅਕਾਲੀ ਦਲ ਜਾਂ ਬੀਜੇਪੀ ਕਦੇ ਵੀ ਨਹੀਂ ਚਾਹਣਗੇ ਕਿ ਨਵਜੋਤ ਸਿੰਘ ਸਿੱਧੂ ਸੱਤਾ 'ਚ ਆ ਜਾਣ ਜਾਂ ਆਮ ਆਦਮੀ ਪਾਰਟੀ ਸੱਤਾ 'ਚ ਆ ਜਾਏ। ਸੋ ਇਸ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਨੇ, ਇਹਨੂੰ ਵੀ ਤੁਸੀਂ ਆਪਾਂ ਮੰਨ ਸਕਦੇ ਹਾਂ ਕਿ ਬੇਸ਼ੱਕ ਕੈਪਟਨ ਸਾਹਿਬ ਉੱਪਰੋਂ ਕਹਿਣ ਕਿ ਮੈਂ ਜ਼ਰੂਰ ਉਹਨਾਂ ਨਾਲ ਜੱਫੀਆਂ ਪਾ ਰਿਹਾ, ਕੱਲ ਦੀ ਜਿਹੜੀ ਰਿਪੋਰਟਾਂ ਆਈਆਂ ਨੇ ਉਹਨਾਂ ਨੂੰ ਮਿਲੇ ਵੀ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਹਰ ਕੰਮ ਕਰਨ ਲਈ ਤਿਆਰ ਹਾਂ, ਪਰ ਅੰਦਰ ਖਾਤੇ ਜਿਹੜਾ ਹੈਗਾ ਬਿਲਕੁਲ ਏਦਾਂ ਆਪਾਂ ਨਹੀਂ ਸੋਚ ਸਕਦੇ ਕਿ ਕੈਪਟਨ ਸਾਹਿਬ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅੱਗੇ ਦੇਖ ਕੇ ਪ੍ਰਧਾਨਗੀ ਉਹਨਾਂ ਨੂੰ ਜਦੋਂ ਦੀ ਮਿਲੀ ਹੈ ਕਿ ਉਹ ਅੰਦਰੋਂ ਬਹੁਤ ਖੁਸ਼ ਹੋ ਗਏ ਨੇ। ਮੈਨੂੰ ਨਹੀਂ ਲੱਗਦਾ ਏਦਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਕੋਸ਼ਿਸ਼ ਇਹੀ ਹੋਏਗੀ ਕੈਪਟਨ ਸਾਹਿਬ ਦੀ ਕਿ ਕਿਵੇਂ ਨਾ ਕਿਵੇਂ ਨਵਜੋਤ ਸਿੰਘ ਸਿੱਧੂ ਨੂੰ ਖੁੱਡੇ ਨਾਲ ਲਾਇਆ ਜਾਏ, ਇਹਨਾਂ ਦੀ ਚੱਲਣ ਨਾ ਦਿੱਤੀ ਜਾਏ, ਇਹਨਾਂ ਨੂੰ ਕਿਵੇਂ ਨਾ ਕਿਵੇਂ ਫੇਲ ਕੀਤਾ ਜਾਏ ਔਰ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਇਹਨਾਂ ਨੂੰ ਇਹ ਕਹਿ ਕੇ ਕਿ ਦੇਖੋ ਜੀ ਇਹਦੇ ਤਾਂ ਚੱਲਿਆ ਨਹੀਂ ਕੰਮ, 6 ਮਹੀਨਿਆਂ ਤੋਂ ਬਾਅਦ ਯਾਨੀ ਕਿ ਚਿਹਰਾ ਜਿਹੜਾ ਹੈਗਾ ਆਪਣਾ ਦੁਬਾਰਾ ਫੇਰ ਕੈਪਟਨ ਸਾਹਿਬ ਕਾਂਗਰਸ ਦੇ ਭਰੋਸੇਯੋਗ ਜਿਹੜੇ ਸੂਤਰ ਨੇ, ਕਾਂਗਰਸ ਦੇ ਭਰੋਸੇਯੋਗ ਜਿਹੜੇ ਸੂਤਰ ਨੇ, ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਖਾਸ ਰਹੇ ਨੇ, ਉਹ ਵੀ ਇਹ ਗੱਲਾਂ ਦੱਸਦੇ ਨੇ ਕਿ ਭਾਈ ਸਾਡੇ ਕਾਂਗਰਸੀਆਂ ਦੇ ਵੱਲੋਂ ਜਿਹੜੇ ਅਫਸਰ ਲਗਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਗੱਲਾਂ ਕਹੀਆਂ ਗਈਆਂ ਸੀ, ਜਿਹੜੇ ਅਫਸਰਾਂ ਦੇ ਨਾਮ ਅਸੀਂ ਦਿੱਤੇ ਸੀ। ਕਹਿੰਦੇ ਕਿ ਪੂਰੇ ਪੰਜਾਬ ਦੇ ਕਾਂਗਰਸ ਦੇ ਵੱਡੇ ਲੀਡਰਾਂ ਦੇ ਵੱਲੋਂ ਆਪਣੇ ਆਪਣੇ ਅਫਸਰ ਲਵਾਉਣ ਲਈ ਕਿਹਾ ਗਿਆ ਸੀ ਕਿ ਭਾਈ ਇਹ ਅਫਸਰ ਲਾਓ ਤੇ ਅਸੀਂ ਇਹਨਾਂ ਤੋਂ ਲੋਕਾਂ ਦੇ ਕੰਮ ਕਰਵਾਉਣੇ ਆ ਤਾਂ ਜੋ ਅਸੀਂ ਦੁਬਾਰਾ ਜਿੱਤ ਸਕੀਏ, ਸਰਕਾਰ ਸੱਤਾ ਦੇ ਵਿੱਚ ਆ ਸਕੇ। ਕਹਿੰਦੇ ਕਿ ਕਿਸੇ ਦੇ ਵੀ ਅਫਸਰ ਜਿਹੜੇ ਆ ਉਹ ਲੱਗੇ ਨਹੀਂ। ਕਹਿੰਦੇ ਕਿਹੜੇ ਵੀ ਲੀਡਰ ਨੇ ਜਿਹੜੇ ਵੀ ਅਫਸਰ ਦਾ ਨਾਂ ਦੇ ਕਹਿੰਦੇ ਉਹਨੂੰ ਲਾਇਆ ਕੋਈ ਨਹੀਂ, ਜਿਹੜੇ ਲਾਏ ਨੇ ਉਹੀ ਲਾਏ ਨੇ ਜਿਹੜੇ ਲਾਏ। ਸੁਖਵਿੰਦਰ ਜੀ ਦੇਖੋ, ਜਦੋਂ ਤੁਹਾਡਾ ਐਮਐਲਏ ਹੁੰਦਾ ਜ਼ਿਲ੍ਹੇ ਦਾ ਔਰ ਉਸ ਐਮਐਲਏ ਤੋਂ ਪੁੱਛੇ ਬਿਨਾ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਕੋਈ ਵੀ ਅਫਸਰ ਜਿਹੜੀ ਨਾ ਤਾਂ ਤਬਦੀਲ ਕਰਦੇ ਆ ਨਾ ਕੋਈ ਨਵਾਂ ਲਾਉਂਦੇ, ਇੱਕ ਰੀਤ ਚੱਲੀ ਆਈ ਹੈ ਕਿਉਂਕਿ ਐਮਐਲਏ ਨੇ ਕੰਮ ਲੈਣੇ ਹੁੰਦੇ ਨੇ ਔਰ ਐਮਐਲਏ ਦੇ ਰਾਹੀਂ ਸਾਰਾ ਕੁਝ ਜਿਹੜਾ ਹੈਗਾ ਆਪਾਂ ਨੂੰ ਪਤਾ ਹੈ ਕਿ ਲੋਕ ਜੁੜੇ ਹੁੰਦੇ ਨੇ, ਜਿੰਨੇ ਵੀ ਕੰਮ ਹੁੰਦੇ ਨੇ। ਇੱਕ ਪਾਸੇ ਤਾਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਹਰ ਮੰਤਰੀ ਜਿਹੜਾ ਇੱਕ ਮੰਤਰੀ ਹੈ ਉਹ ਹਰ ਹਫ਼ਤੇ ਜਿਹੜਾ ਹੈਗਾ 15 ਸੈਕਟਰ ਦੇ ਵਿੱਚ ਬੈਠੇਗਾ ਔਰ ਵਲੰਟੀਅਰ ਸਾਹਿਬਾਨ ਦੀਆਂ ਜਿਹੜੀਆਂ ਦੁੱਖ ਤਕਲੀਫ ਸੁਣੇਗਾ, ਪਰ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਜਿਹੜੇ ਅਫਸਰਸ਼ਾਹੀ ਹੋਏਗੀ ਉਹ ਜੋ ਮੈਂ ਚਾਹਾਂਗਾ ਉਹੀ ਲੱਗੇਗੀ। ਸਿੱਧੂ ਦੀ ਪ੍ਰਪੋਜ਼ਲ ਸੀ ਜਿਹੜੀ ਬਿਲਕੁਲ ਤੁਸੀਂ ਪ੍ਰਪੋਜ਼ਲ ਦੀ ਗੱਲ ਕਰ ਰਹੇ ਹੋ, ਵੀ ਨਵਜੋਤ ਸਿੰਘ ਸਿੱਧੂ ਦੀ ਪ੍ਰਪੋਜ਼ਲ ਮੈਂ ਉਹੀ ਕਹਿਣਾ, ਇੱਕ ਪਾਸੇ ਤਾਂ ਉਹਦੇ ਉੱਤੇ ਠੱਪਾ ਲਾ ਰਹੇ ਨੇ ਕਿ ਦੇਖੋ ਜੀ ਤੁਸੀਂ ਮੇਰੇ ਕੋਲ ਪ੍ਰਪੋਜ਼ਲ ਲੈ ਕੇ ਆਏ ਹੋ, ਮੈਂ ਇਹਨੂੰ ਮੰਨਣ ਲਈ ਤਿਆਰ ਹਾਂ। ਇੱਕ ਪਾਸੇ ਤਾਂ ਉਹ ਇਹ ਦਿਖਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ, ਪਰ ਦੂਜੇ ਪਾਸੇ ਜਦੋਂ ਜਿਹੜੇ ਇਹੀ ਅਫਸਰ ਸਾਹਿਬਾਨ ਜਦੋਂ ਵੱਖ-ਵੱਖ ਜ਼ਿਲ੍ਹਿਆਂ 'ਚ ਹੋਣਗੇ ਤਾਂ ਲਾਜ਼ਮੀ ਤੌਰ ਤੇ ਇਹਦਾ ਮਤਲਬ ਕਿ ਐਮਐਲਏ ਸਾਹਿਬਾਨ ਦੀ ਮੰਨੀ ਨਹੀਂ ਜਾ ਰਹੀ, ਐਮਐਲਏ ਸਾਹਿਬਾਨ ਨੂੰ ਇਗਨੋਰ ਕਰਕੇ ਜਾਂ ਮਿਨਿਸਟਰ ਸਾਹਿਬਾਨ ਨੂੰ ਇਗਨੋਰ ਕਰਕੇ ਜਿਹੜਾ ਹੈਗਾ ਇਦਾਂ ਦੀ ਗੱਲ ਕੀਤੀ ਗਈ ਹੈ। ਸੋ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਲੋੜ ਹੈ, ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਲੋੜ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸ਼ਿਕੰਜਾ ਕੱਸਿਆ ਗਿਆ ਪੰਜਾਬ ਦੇ ਮੰਤਰੀਆਂ ਦੇ ਉੱਪਰ ਕਿ ਤੁਸੀਂ ਭਾਈ ਕਾਂਗਰਸ ਭਵਨ ਮੇਰੇ ਕੋਲ ਬੈਠਾ ਹੈ, ਲੋਕਾਂ ਨੇ ਉੱਥੇ ਕੰਮ ਕਰਨੇ ਆ, ਲੋਕਾਂ ਨੇ ਕੰਮ ਕਰਕੇ ਦੁਬਾਰਾ ਸਰਕਾਰ ਜਿਹੜੀ ਰਿਪੀਟ ਕਰਨੀ ਹੈ। ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਵੱਲੋਂ ਰਾਹਤ ਦਵਾਈ ਗਈ ਹੈ, ਦਰ ਦੀਆਂ ਫਟਕਦੇ ਰਹਿੰਦੇ ਸੀਗੇ, ਦਰ ਤੇ ਫਟਕਦੇ ਰਹਿੰਦੇ ਸੀਗੇ ਜਿਹੜੇ ਲੋਕ, ਕਿਤੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਸੀ ਮੰਤਰੀ ਉੱਥੇ ਨਹੀਂ ਸੀ ਮਿਲਦੇ, ਜੇ ਦਫ਼ਤਰ ਦੇ ਵਿੱਚੋਂ ਜਾਂਦੇ ਸੀ ਤਾਂ ਮੰਤਰੀ ਉੱਥੇ ਨਹੀਂ ਸੀ ਮਿਲਦੇ, ਕੋਠੀ ਜਾਂਦੇ ਸੀ ਤਾਂ ਮੰਤਰੀ ਉੱਥੇ ਨਹੀਂ ਸੀ ਮਿਲਦੇ, ਕੋਈ ਗੁਰਦਾਸਪੁਰ ਆਉਂਦਾ ਸੀ, ਕੋਈ ਅੰਮ੍ਰਿਤਸਰ ਆਉਂਦਾ ਸੀ, ਕੋਈ ਮੁਕਤਸਰ ਆਉਂਦਾ ਸੀ, ਕੋਈ ਕਿਤੋਂ ਆਉਂਦਾ ਸੀ, ਸਾਰੀ ਦਿਹਾੜੀ ਆਉਣ ਜਾਣ 'ਚ ਲੰਘ ਜਾਂਦੀ ਸੀ, ਪਤਾ ਲੱਗਦਾ ਨਹੀਂ ਸੀ ਕਿ ਮੰਤਰੀ ਸਾਹਿਬ ਹੈ ਕਿੱਥੇ ਨੇ।
ਹੁਣ ਉਹਨਾਂ ਨੇ ਪੂਰੀ ਡਿਟੇਲਡ ਪ੍ਰੋਗਰਾਮ ਬਣਾ ਕੇ ਰੱਖਤਾ ਕਿ ਇਸ ਦਿਨ ਇਹ ਮੰਤਰੀ ਇੱਥੇ ਬੈਠਾ ਹੋਇਆ ਕਰੂਗਾ, ਇੰਨੇ ਤੋਂ ਇੰਨੇ ਟਾਈਮ, ਜਾਨੀ ਕਿ ਲੋਕਾਂ ਦੇ ਲਈ ਬੜੀ ਰਾਹਤ ਕੀਤੀ ਹੈ। ਯਾਨੀ ਸ਼ਿਕੰਜਾ ਕੱਸ ਕੇ ਇੱਕ ਤਰੀਕੇ ਦੇ ਨਾਲ ਕਾਂਗਰਸ ਨੂੰ, ਆਪਣੀ ਪਾਰਟੀ ਨੂੰ, ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜਿਹੜੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਪਰ ਕਿਤੇ ਨਾ ਕਿਤੇ ਜੇਕਰ ਨਵਜੋਤ ਸਿੰਘ ਸਿੱਧੂ ਨੇ ਵਾਕਈ ਹੀ ਪੂਰਨ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੰਮ ਕਰਨਾ ਹੈ, ਤਾਂ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਅਫਸਰਸ਼ਾਹੀ ਦੇ ਉੱਪਰ, ਪ੍ਰਸ਼ਾਸਨ ਦੇ ਉੱਪਰ ਵੀ ਸ਼ਿਕੰਜਾ ਕੱਸਣਾ ਪਊਗਾ, ਮੰਤਰੀਆਂ ਦੇ ਨਾਲ ਨਾਲ। ਬਿਲਕੁਲ ਇਹੀ ਮੈਂ ਕਹਿ ਰਿਹਾ ਕਿ ਮੰਨ ਲਓ ਤੁਸੀਂ 15 ਸੈਕਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਸਿਸਟਮ ਬਣਾ ਲਿਆ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਕਹਿਣ ਦੇ ਉੱਤੇ, ਪਰ ਇਸ ਵੇਲੇ ਸਮੱਸਿਆ ਤਾਂ ਪੂਰੇ ਪੰਜਾਬ ਦੀ ਹੈ ਨਾ। ਕੋਈ ਇਹ ਤਾਂ ਹੈ ਨਹੀਂ ਕਿ ਇੱਕ ਕਿੰਨੇ ਕੁ ਲੋਕ ਜਿਹੜੇ ਨੇ ਉਹ ਚੰਡੀਗੜ੍ਹ ਆ ਕੇ ਆਪਣੀਆਂ ਫਰਿਆਦ ਲੈ ਕੇ ਆ ਜਾਣਗੇ। ਬਹੁਤੇ ਲੋਕ ਤਾਂ ਜਾ ਹੀ ਸਕਦੇ, ਬਹੁਤੇ ਲੋਕਾਂ ਨੇ ਤਾਂ ਚਾਹੇ ਉਹ ਐਮਐਲਏ ਸਾਹਿਬਾਨ ਹੋਣ ਜਾਂ ਮਿਨਿਸਟਰ ਸਾਹਿਬਾਨ, ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੀ ਮਿਲ ਸਕਦੇ ਆ। ਸੋ ਇਸ ਕਰਕੇ ਸਿਸਟਮ ਨੂੰ ਜੇ ਚੇਂਜ ਕਰਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ, ਤਾਂ ਉਹਨਾਂ ਨੂੰ ਜਿਹੜਾ ਹੈਗਾ ਅਫਸਰਸ਼ਾਹੀ ਜਿਹੜੀ ਬਾਰ-ਬਾਰ ਇੱਕ ਦੋਸ਼ ਲੱਗਦਾ ਹੈ ਕੈਪਟਨ ਸਾਹਿਬ ਦੇ ਉੱਤੇ ਕਿ ਅਫਸਰਸ਼ਾਹੀ ਜਿਹੜੀ ਹੈਗੀ ਹੈ ਉਹਨਾਂ ਦੇ ਕੰਟਰੋਲ 'ਚ ਨਹੀਂ ਹੈ, ਸਰਕਾਰ ਦੇ ਕੰਟਰੋਲ 'ਚ ਨਹੀਂ ਹੈ, ਮਿਨਿਸਟਰ ਸਾਹਿਬਾਨ ਦੀ ਨਹੀਂ ਸੁਣ ਰਹੀ, ਤਾਂ ਉਹਨੂੰ ਕਿਤੇ ਨਾ ਕਿਤੇ ਲੀਹ ਤੇ ਲਿਆਉਣਾ ਪਏਗਾ। ਔਰ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦੇ ਵਿੱਚ ਬਹੁਤ ਪਹਿਲ ਕਰਨੀ ਪਏਗੀ। ਔਰ ਦੂਜੀ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਾਕਤ ਇਹੀ ਸੀਗੀ ਜਿਹੜਾ 18 ਨੁਕਾਤੀ ਪ੍ਰੋਗਰਾਮ, ਜੇ ਉਹ 18 ਨੁਕਾਤੀ ਪ੍ਰੋਗਰਾਮ ਕਿਤੇ ਨਾ ਕਿਤੇ ਜਾ ਕੇ ਇਹਨਾਂ ਚੀਜ਼ਾਂ ਦੇ ਵਿੱਚ ਰੁਲਦਾ ਹੈ ਔਰ ਪੰਜਾਬ ਦੇ ਲੋਕ, ਮੈਨੂੰ ਲੱਗਦਾ ਕਿ ਫਿਰ ਉਹ ਠੱਗੇ ਹੋਏ ਮਹਿਸੂਸ ਕਰਨਗੇ। ਸੋ ਜੇ ਤੁਸੀਂ 18 ਨੁਕਾਤੀ ਪ੍ਰੋਗਰਾਮ ਵੀ ਲਾਗੂ ਕਰਾਉਣਾ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਅਫਸਰਸ਼ਾਹੀ ਨੂੰ ਔਰ ਜਿਹੜੇ ਵੀ ਲੋਕ ਜਿਹੜੇ ਤਬਦੀਲੀ ਹੁੰਦੀ ਹੈ ਤਾਂ ਉਹਦੇ ਉੱਤੇ ਜਿੰਨੀ ਦੇਰ ਤੁਹਾਡਾ ਕੰਟਰੋਲ ਨਹੀਂ ਹੈ, ਤੁਸੀਂ ਉਹ 18 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਨਹੀਂ ਕਰਾ ਸਕਦੇ। ਇਹ ਗੱਲ ਬਿਲਕੁਲ ਕਲੀਅਰ ਹੈ। ਉਹ ਤਾਂ ਹੀ ਹੋਏਗੀ ਜੇਕਰ ਤੁਹਾਡਾ ਅਫਸਰਸ਼ਾਹੀ ਦੇ ਉੱਤੇ ਔਰ ਤੁਹਾਡਾ ਬਿਲਕੁਲ ਵਿਜ਼ਨ ਵੀ ਕਲੀਅਰ ਹੈ ਔਰ ਤੁਹਾਨੂੰ ਖਾਸ ਤੌਰ ਤੇ ਮੁੱਖ ਮੰਤਰੀ ਵੱਲੋਂ ਇਸ਼ਾਰਾ ਮਿਲਿਆ ਹੋਇਆ ਕਿ ਭਾਈ ਜੋ ਤੁਸੀਂ ਚਾਹੁੰਦੇ ਹੋ, ਜੋ ਮਿਨਿਸਟਰ ਸਾਹਿਬਾਨ ਚਾਹੁੰਦੇ ਨੇ, ਜੋ ਐਮਐਲਏ ਸਾਹਿਬਾਨ ਚਾਹੁੰਦੇ ਨੇ ਕੰਮ ਕਰਾਉਣੇ, ਤਾਂ ਉਹ ਤੁਹਾਨੂੰ ਕੰਮ ਕਰਾਉਣੇ ਪੈਣਗੇ, ਜਾਇਜ਼ ਕੰਮ ਤੁਹਾਨੂੰ ਕਰਾਉਣੇ ਪੈਣਗੇ। ਪਰ ਜੇਕਰ ਤੁਹਾਡਾ ਕੰਟਰੋਲ ਹੀ ਨਹੀਂ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਔਰ ਬਾਰ-ਬਾਰ ਇਹ ਗੱਲਾਂ ਉੱਭਰ ਰਹੀਆਂ ਨੇ 4.5 ਸਾਲ ਤੋਂ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਨਾ ਤਾਂ ਨਵਜੋਤ ਸਿੰਘ ਸਿੱਧੂ ਦਾ ਜੋ ਇੱਕ ਸੁਪਨਾ ਹੈ 18 ਨੁਕਾਤੀ ਪ੍ਰੋਗਰਾਮ ਦਾ ਕਿ ਮੈਂ 6 ਮਹੀਨਿਆਂ ਤੋਂ ਪਹਿਲਾਂ ਇਹ 18 ਨੁਕਾਤੀ ਪ੍ਰੋਗਰਾਮ ਲਾਗੂ ਕਰਾਉਣਾ ਹੀ ਕਰਾਉਣਾ ਹੈ, ਤਾਂ ਇਹ ਪੂਰਾ ਨਹੀਂ ਹੋ ਸਕਦਾ। ਤੁਸੀਂ ਇਸ ਤਰ੍ਹਾਂ ਦੀ ਜਿਹੜੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ, ਜਿਹੜੇ ਵੱਡੇ ਕੰਮ ਨੇ, ਉਹ ਤੁਸੀਂ ਨਹੀਂ ਕਰ ਸਕਦੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰ ਜਿਵੇਂ ਉਹਨਾਂ ਨੇ 15 ਸੈਕਟਰ ਦੀ ਜਿਹੜੀ ਹੈਗਾ ਕਾਂਗਰਸ ਭਵਨ ਦੇ ਵਿੱਚ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ ਹੈ, ਉਹੀ ਪ੍ਰੋਗਰਾਮ ਤੁਹਾਨੂੰ ਜਿਹੜਾ ਹੈਗਾ ਚਾਕ ਆਊਟ ਕਰਨਾ ਪਏਗਾ ਪੂਰੇ ਪੰਜਾਬ ਦੇ ਵਿੱਚ, ਕਿ ਹਰ ਡਿਸਟ੍ਰਿਕਟ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ 23 ਜ਼ਿਲ੍ਹਿਆਂ ਦੇ ਵਿੱਚ ਵੱਖਰੇ ਵੱਖਰੇ ਤੁਹਾਡੇ ਸੈਂਟਰ ਬਣ ਔਰ ਵੱਖਰੇ ਵੱਖਰੇ ਜ਼ਿਲ੍ਹੇ ਦੇ ਵਿੱਚ ਲੋਕ ਆਉਣ ਔਰ ਉਹਨਾਂ ਦੀ ਅਫਸਰਸ਼ਾਹੀ, ਜਿਵੇਂ ਆਪਾਂ ਨੂੰ ਯਾਦ ਹੈ ਕਿ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀਗੇ, ਉਸ ਕਿਸਮ ਦੀਆਂ ਜਿਹੜੀਆਂ ਨੇ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੇ ਨੇ ਉਹ ਲੋਕਾਂ ਦੇ ਵਿੱਚ ਜਿਹੜੀਆਂ ਦੂਰੀਆਂ ਪਈਆਂ ਹੋਈਆਂ ਨੇ, ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਦੂਰੀ ਪੈ ਚੁੱਕੀ ਹੈ 4.5 ਸਾਲ ਤੋਂ, ਲੋਕ ਜਿਹੜੇ ਨੇ ਇਸ ਵੇਲੇ ਚਾਹੁੰਦੇ ਨੇ ਕਿ ਕੈਪਟਨ ਸਾਹਿਬ ਜਾਂ ਹੋਰ ਜਿਹੜੇ ਮਿਨਿਸਟਰ ਸਾਹਿਬਾਨ ਨੇ ਜਾਂ ਹੋਰ ਬਾਕੀ ਲੋਕ ਨੇ ਉਹ ਅੱਗੇ ਆਉਣ ਔਰ ਉਹਨਾਂ ਦੀਆਂ ਫਰਿਆਦਾਂ ਸੁਣਨ, ਉਹਨਾਂ ਦੀਆਂ ਸਮੱਸਿਆਵਾਂ ਸੁਣਨ, ਉਹਨਾਂ ਦੇ ਸੰਕਟਾਂ ਨੂੰ ਹੱਲ ਕਰਨ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਏਦਾਂ ਹੋਏਗੀ ਤਾਂ ਉਹ ਪੂਰੇ ਦੇ ਪੂਰੇ 23 ਜ਼ਿਲ੍ਹਿਆਂ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਇਹ ਕੱਲੇ ਚੰਡੀਗੜ੍ਹ ਨਾਲ ਹੁਣ ਨਹੀਂ ਸਰੇਗਾ, ਕਿਉਂਕਿ ਹੁਣ ਸਮਾਂ ਬਹੁਤ ਘੱਟ ਰਹਿ ਗਿਆ। ਹੁਣ ਤੁਹਾਨੂੰ ਹਰ ਜ਼ਿਲ੍ਹੇ ਦੇ ਵਿੱਚ, ਹਰ ਪਿੰਡ ਦੇ ਵਿੱਚ ਜਿਵੇਂ ਸੰਗਤ ਜਿਹੜੀ ਹੈਗੀ ਆ, ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਆ, ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਔਰ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ, ਤਾਂ ਲੋਕ ਤੁਹਾਡੇ ਨਾਲ ਜੁੜਨਗੇ, ਤਾਂ ਵਲੰਟੀਅਰ ਸਾਹਿਬਾਨ ਜਿਹੜੇ ਨੇ ਕਾਂਗਰਸ ਦੇ, ਉਹ ਹੌਲੀ-ਹੌਲੀ ਹਰਕਤ ਦੇ ਵਿੱਚ ਆ ਸਕਦੇ ਆ। ਜੇਕਰ ਉਹਨਾਂ ਨੂੰ ਦੂਰ ਕੀਤਾ ਗਿਆ ਤਾਂ ਇਹਦੇ ਨਾਲ ਸੰਕਟ ਆ ਸਕਦਾ ਹੈ ਨਵਜੋਤ ਸਿੰਘ ਸਿੱਧੂ ਦੇ ਲਈ ਵੀ ਔਰ ਕਾਂਗਰਸ ਦੇ ਲਈ ਵੀ। ਜੀ ਸੁਖਵਿੰਦਰ ਜੀ, ਆਪਾਂ ਅਗਲੀ ਖਬਰ ਦੀ ਗੱਲਬਾਤ ਕਰੀਏ। ਭਾਈ ਧਿਆਨ ਸਿੰਘ ਮੰਡ ਹੋਰਾਂ ਦੇ ਵੱਲੋਂ ਜਿਹੜੇ ਪੰਜਾਬ ਕਾਂਗਰਸ ਦੇ 2 ਮੰਤਰੀ ਤੇ 3 ਵਿਧਾਇਕਾਂ ਨੂੰ ਜਿਹੜੀ ਚਿੱਠੀ ਕੱਢੀ ਗਈ ਸੀ ਕਿ ਤੁਸੀਂ ਭਾਈ ਆ ਕੇ ਪੇਸ਼ ਹੋ, ਪਹਿਲੀ ਚਿੱਠੀ ਤੋਂ ਪੇਸ਼ ਨਹੀਂ ਹੋਏ, ਦੂਜੀ ਚਿੱਠੀ ਤੇ ਜਿਹੜਾ ਉਹਨਾਂ ਦੇ ਵੱਲੋਂ ਇੱਕ ਚਿੱਠੀ ਦੇ ਜਵਾਬ ਦੇ ਵਿੱਚ ਰੂਪ ਦੇ ਦਿੱਤਾ ਗਿਆ, ਚਿੱਠੀ ਦੇ ਰੂਪ ਦੇ ਜਵਾਬ ਦੇ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਚਿੱਠੀ ਦੇਣ ਖੁਦ ਪਹੁੰਚੇ ਉੱਤੇ ਫਿਰ ਬਾਰ-ਬਾਰ ਸਿੰਘ ਜੀਰਾ ਤੇ ਨਾਲ ਉਹਨਾਂ ਦੇ ਉਹ ਚਿੱਠੀ ਹਾਲੇ ਲਿਫਾਫਾ ਬੰਦ ਹੈ। ਉਹਨੇ ਭਾਈ ਧਿਆਨ ਸਿੰਘ ਮੰਡ ਨੇ ਹਾਲੇ ਖੁਦ ਹੀ ਨਹੀਂ ਕਹਿੰਦੇ ਕਿ 30 ਅਗਸਤ ਨੂੰ ਫੈਸਲਾ ਹੋਊਗਾ। ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਹੋਊਗਾ ਕੀ? ਦੇਖੋ, ਇਹ ਮੈਨੂੰ ਲੱਗਦਾ ਕਿ ਇੱਕ ਚੰਗਾ ਜੈਸਚਰ ਹੈ। ਆਪਾਂ ਇਸ ਮਸਲੇ ਦੇ ਉੱਤੇ ਪਹਿਲਾਂ ਵੀ ਗੱਲਬਾਤ ਕੀਤੀ ਹੈ
और ਮੰਡ ਸਾਹਿਬ ਨੇ ਵੀ ਇੱਕ ਬਹੁਤ ਵੱਡੀ ਮੈਨੂੰ ਲੱਗਦਾ ਹੈ ਕਿ ਖੁਰਾਕਦੀਲੀ ਦਿਖਾਈ ਹੈ ਔਰ ਉਹਨਾਂ ਦਾ ਜਿਹੜਾ ਜਵਾਬ ਹੈ ਉਹ ਲਿਆ ਔਰ ਉਹਨਾਂ ਨੇ ਕਿਹਾ ਕਿ 30 ਤਰੀਕ ਤੱਕ ਮੈਂ ਅਸੀਂ ਫੈਸਲਾ ਜਿਹੜਾ ਹੈਗਾ ਇਹਦੇ ਉੱਤੇ ਕਰਾਂਗੇ ਔਰ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਦੇਖੋ ਜੇ ਜਿੱਥੋਂ ਤੱਕ ਇਸ ਮਸਲੇ ਦਾ ਸੰਬੰਧ ਹੈ ਇਹ ਜਿਹੜੇ ਮੰਤਰੀ ਸਾਹਿਬਾਨ ਤ੍ਰਿਪਤ ਰਜਿੰਦਰ ਬਾਜਵਾ ਹੋਏ ਸੁਖੀ ਰੰਧਾਵਾ ਜੀ ਹੋਏ ਜਾਂ ਹੋਰ ਜਿਹੜੇ ਐਮਐਲਏ ਸਾਹਿਬਾਨ ਇਹ ਤਾਂ ਕੈਪਟਨ ਸਾਹਿਬ ਦੇ ਕਹੇ ਤੋਂ ਗਏ ਸੀਗੇ ਇਹ ਤਾਂ ਹੈ ਨਹੀਂ ਸੀ ਕਿ ਕੋਈ ਇਹਨਾਂ ਦੀ ਆਪਣੀ ਮਰਜ਼ੀ ਸੀਗੀ ਸੋ ਇਹਨਾਂ ਨੇ ਉਹੀ ਗੱਲ ਜਿਹੜੀ ਹੈਗੀ ਹੈ ਚਿੱਠੀ ਦੇ ਵਿੱਚ ਲਿਖੀ ਹੋਏਗੀ ਕਿ ਸਾਡੀ ਤਾਂ ਮਰਜ਼ੀ ਹੈ ਹੀ ਨਹੀਂ ਸੀਗੀ ਅਸੀਂ ਤਾਂ ਇੱਕ ਨੁਮਾਇੰਦੇ ਸੀਗੇ ਕੈਪਟਨ ਸਾਹਿਬ ਦੇ ਜਾਂ ਸਰਕਾਰ ਦੇ ਸੋ ਇਸ ਕਰਕੇ ਅਸੀਂ ਸਰਕਾਰੀ ਨੁਮਾਇੰਦੇ ਦੇ ਤੌਰ ਤੇ ਤੁਹਾਨੂੰ ਜਿਹੜਾ ਹੈਗਾ ਪਹਿਲਾਂ ਵੀ ਮਿਲਣਾ ਸੀ ਅੱਜ ਵੀ ਜਿਹੜੇ ਹੈਗੇ ਸਰਕਾਰੀ ਨੁਮਾਇੰਦੇ ਦੇ ਤੌਰ ਤੇ ਮਿਲਣਾ ਆ ਸੋ ਸਾਡਾ ਤਾਂ ਇੱਕ ਜਿਵੇਂ ਹੁੰਦਾ ਡਾਕੀਆ ਹੈ ਡਾਕੀ ਦਾ ਕੀ ਮਤਲਬ ਹੁੰਦਾ ਡਾਕੀ ਦਾ ਹੁੰਦਾ ਵੀ ਜਿਹਨੇ ਚਿੱਠੀ ਲਿਖੀ ਆ ਜਾਂ ਜਿਹਨੂੰ ਚਿੱਠੀ ਪਾਈ ਹੈ ਉਹਦੇ ਤੱਕ ਪਹੁੰਚਦੀ ਕਰਨੀ ਹੈ ਸੋ ਵਿੱਚ ਦਾ ਜਿਹੜਾ ਹੈਗਾ ਅਸਲੀ ਜਿਹੜਾ ਦੋਸ਼ੀ ਹੈ ਉਹ ਤਾਂ ਕੈਪਟਨ ਸਾਹਿਬ ਬਣਦੇ ਨੇ ਸੋ ਕੈਪਟਨ ਸਾਹਿਬ ਦੇ ਕਹੇ ਤੋਂ ਸਾਰਾ ਕੁਝ ਹੋਇਆ ਸੋ ਕਹਿਣ ਦਾ ਮਤਲਬ ਹੈ ਕਿ ਇਹੀ ਹੋਏਗਾ ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਨੇ ਚਿੱਠੀ ਲਿਖੀ ਹੈ ਉਹਦੇ ਵਿੱਚ ਇਹੀ ਗੱਲਾਂ ਲਿਖੀਆਂ ਨੇ ਕਿ ਸਾਡਾ ਕੋਈ ਦੋਸ਼ ਨਹੀਂ ਹੈ ਇਹਦੇ ਵਿੱਚ ਅਸੀਂ ਤਾਂ ਜੋ ਸੰਦੇਸ਼ ਕੈਪਟਨ ਸਾਹਿਬ ਨੇ ਸਾਨੂੰ ਕਹਿਣ ਲਈ ਜੋ ਸ਼ਬਦ ਸਾਡੇ ਮੂੰਹ 'ਚ ਪਾਏ ਸੀਗੇ ਅਸੀਂ ਤਾਂ ਉਹੀ ਤੁਹਾਨੂੰ ਆ ਕੇ ਕਹਤੇ ਸੀਗੇ ਸਾਡਾ ਇਹਦੇ ਵਿੱਚ ਕੋਈ ਸਾਨੂੰ ਤੁਸੀਂ ਇਹਦੇ ਵਿੱਚੋਂ ਬਰੀ ਕਰੋ ਸੋ ਜੇ ਤੁਸੀਂ ਦੋਸ਼ ਲਾਉਣਾ ਚਾਹੁੰਦੇ ਹੋ ਤਾਂ ਕੈਪਟਨ ਸਾਹਿਬ ਤੇ ਲਾਓ ਸਰਕਾਰ ਤੇ ਲਾਓ ਸੋ ਇਸ ਕਿਸਮ ਦਾ ਹੀ ਜਿਹੜਾ ਹੈਗਾ ਨਤੀਜਾ ਕੱਢਿਆ ਜਾ ਸਕਦਾ ਹੈ ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 30 ਤਰੀਕ ਨੂੰ ਮੰਡ ਸਾਹਿਬ ਜਿਹੜੇ ਨੇ ਜਿਹੜੇ ਆਪਾਂ ਕਹਿੰਦੇ ਕਿ ਜਥੇਦਾਰ ਬਣਾਏ ਗਏ ਨੇ ਔਰ ਉਹ ਇਹੀ ਫੈਸਲਾ ਕਰਨਗੇ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਦਾ ਕਸੂਰ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਕਹੀਆਂ ਗਈਆਂ ਉਹਨਾਂ ਦੇ ਵੱਲੋਂ ਜਿਵੇਂ ਪਹਿਲਾਂ ਧਿਆਨ ਸਿੰਘ ਮੰਡੋਰੀ ਕਹਿੰਦੇ ਕਿ ਮੈਂ ਖੁਦ ਅਰਦਾਸ ਕੀਤੀ ਹੈ ਕਿ ਭਾਈ ਗੁਰੂ ਸਾਹਿਬ ਮੈਨੂੰ ਮਾਫ ਕਰਿਓ ਮੈਂ ਸਰਕਾਰ ਦੇ ਝਾਂਸੇ ਦੇ ਵਿੱਚ ਆ ਕੇ ਸਭ ਕੁਝ ਕਰ ਬੈਠਾ ਸੀ ਤਾਂ ਕਿਤੇ ਨਾ ਕਿਤੇ ਵਿਵਾਦ ਤਾਂ ਨਹੀਂ ਦੁਬਾਰਾ ਖੜਾ ਹੋ ਜਾਏਗਾ ਇਹਨਾਂ ਦੇ ਆਪਸੀ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਚਿੱਠੀ ਪਹਿਲਾਂ ਜੋ ਗੱਲਾਂ ਲਿਖੀਆਂ ਗਈਆਂ ਜਿਵੇਂ ਤੁਸੀਂ ਦੱਸਿਆ ਕਿ ਭਾਈ ਤੁਸੀਂ ਤਾਂ ਸਿੱਧੇ ਸੰਪਰਕ 'ਚ ਸੀਗੇ ਅਸੀਂ ਤਾਂ ਸਿਰਫ ਡਾਕੇ ਦੇ ਰੂਪ ਦੇ ਵਿੱਚ ਸੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਇਹ ਗੱਲਾਂ ਕਹੋ ਤੇ ਦੁਬਾਰਾ ਉਹੀ ਜਿਹੀਆਂ ਗੱਲਾਂ ਜਾਂ ਉਸ ਤੋਂ ਸਖਤ ਗੱਲਾਂ ਲਿਖੀਆਂ ਜਾਂਦੀਆਂ ਹੋਣ ਤਾਂ ਕੀ ਲੱਗਦਾ ਕਿ ਜੇਕਰ ਇਹਨਾਂ ਨੂੰ ਕੋਈ ਸਖਤ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਹੈ ਤਾਂ ਫਿਰ ਕੋਈ ਵਿਵਾਦ ਤਾਂ ਨਹੀਂ ਖੜਾ ਹੋ ਜਾਏ ਦੇਖੋ ਵਿਵਾਦ ਤਾਂ ਖੜਾ ਕਰਨਾ ਸਰਕਾਰਾਂ ਦਾ ਮਕਸਦ ਹੁੰਦਾ ਹੈ ਕਿਉਂਕਿ ਹੁਣ ਇਲੈਕਸ਼ਨਾਂ ਨੇ ਇਸ ਕਰਕੇ ਇਲੈਕਸ਼ਨਾਂ ਦੇ ਦੌਰਾਨ ਕੋਈ ਨਾ ਕੋਈ ਇਦਾਂ ਦੇ ਵਿਵਾਦ ਜਿਹੜੇ ਨੇ ਜ਼ਰੂਰ ਸਰਕਾਰਾਂ ਖੜਿਆ ਕਰਨਾ ਚਾਹਣਗੀਆਂ ਔਰ ਇਸ ਕਰਕੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਵਿਵਾਦ ਜਿਹੜੇ ਨੇ ਇਕੱਲਾ ਇੱਕ ਇਸ ਮਸਲੇ ਦੇ ਉੱਤੇ ਨਹੀਂ ਬਹੁਤ ਸਾਰੇ ਹੋਰ ਮਸਲੇ ਜਿਹੜੇ ਨੇ ਉਹ ਪੁਰਾਣੇ ਮਸਲੇ ਵੀ ਕੱਢੇ ਜਾਣਗੇ ਔਰ ਵਿਵਾਦ ਨੂੰ ਪੈਦਾ ਕੀਤਾ ਜਾਏਗਾ ਔਰ ਜਿਹੜੀਆਂ ਬੇਲੋੜੇ ਵਿਵਾਦ ਨੇ ਉਹਨਾਂ ਨੂੰ ਅੱਗੇ ਲਿਆਂਦਾ ਜਾਏਗਾ ਜਿਨ੍ਹਾਂ ਦੀ ਲੋੜ ਹੈ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਬਾਰ-ਬਾਰ 18 ਨੁਕਾਤੀ ਪ੍ਰੋਗਰਾਮ ਦੀ ਗੱਲ ਹੁੰਦੀ ਹੈ ਜਾਂ ਮੁੱਦਿਆਂ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਪਿੱਛੇ ਧੱਕਿਆ ਜਾਏਗਾ ਔਰ ਇਹ ਤਾਂ ਦੇਖੋ ਸਰਕਾਰਾਂ ਦੀ ਇੱਕ ਕਿਸਮ ਦੀ ਇਹ ਕੂਟਨੀਤੀ ਹੁੰਦੀ ਹੈ ਕਿ ਇਦਾਂ ਦੇ ਵਿਵਾਦ ਅੱਗੇ ਲਿਆਂਦੇ ਜਾਣ ਜਿਹਦੇ ਤੋਂ ਨਿਕਲਣਾ ਹੀ ਕੁਝ ਨਹੀਂ ਹੈ ਜਿਨ੍ਹਾਂ ਤੋਂ ਕੋਈ ਮੀਨਿੰਗ ਨਹੀਂ ਹੈ ਸੋ ਇਸ ਕਰਕੇ ਕਿਉਂਕਿ ਮਾਨ ਸਾਹਿਬ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਇਹ ਮਸਲਾ ਉਸ ਵੇਲੇ ਇਹ ਹੱਲ ਹੋਣ ਦੇ ਵੱਲ ਜਾ ਰਿਹਾ ਸੀਗਾ ਉਦੋਂ ਉਹਨਾਂ ਨੇ ਕਿਉਂ ਆਵਾਜ਼ਾਂ ਨਹੀਂ ਉਠਾਈਆਂ ਉਦੋਂ ਕਿਉਂ ਉਹ ਚੁੱਪ ਰਹੇ ਇੰਨੇ ਸਾਲ ਔਰ ਹੁਣ ਕਿਉਂਕਿ ਇਲੈਕਸ਼ਨਾਂ ਨੇੜੇ ਆ ਗਈਆਂ ਹੁਣ ਇਹ ਮੁੱਦਾ ਚੁੱਕ ਰਹੇ ਨੇ ਇਹ ਵੱਡੇ ਸਵਾਲ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਲੋਕ ਉਹਨਾਂ ਦੋਵਾਂ ਧਿਰਾਂ ਤੋਂ ਪੁੱਛਣਗੇ ਪਰ ਜਿਵੇਂ ਤੁਸੀਂ ਵਿਵਾਦ ਦੀ ਗੱਲ ਕਰਦੇ ਹੋ ਤਾਂ ਵਿਵਾਦ ਖੜੇ ਕਰਨਾ ਤਾਂ ਸਰਕਾਰਾਂ ਦਾ ਇੱਕ ਜਿਹੜਾ ਹੈਗਾ ਏਜੰਡਾ ਹੁੰਦਾ ਇਹਨਾਂ ਏਜੰਡਿਆਂ ਦੇ ਉੱਤੇ ਹੀ ਜਿਹੜੀ ਪੋਲਰਾਈਜੇਸ਼ਨ ਹੁੰਦੀ ਹੈ ਵੋਟਾਂ ਦੀ ਔਰ ਕਿਹਨੂੰ ਕਿੱਧਰ ਵੋਟ ਪੈਣੀ ਹੈ ਇਹਦੇ ਰਾਹੀਂ ਹੀ ਜਿਹੜੀ ਹੈਗੀ ਵੋਟਾਂ ਲਈਆਂ ਜਾਂਦੀਆਂ ਨੇ ਵੋਟਾਂ ਤੋੜੀਆਂ ਜਾਂਦੀਆਂ ਨੇ ਇਸ ਸਿਸਟਮ ਇਦਾਂ ਹੀ ਚੱਲਦਾ ਹੈ ਸੋ ਕਹਿਣ ਦਾ ਮਤਲਬ ਹੈ ਕਿ ਗੱਲ ਅਸਲੀ ਜਿਹੜੀ ਹੈਗੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਕੌਣ ਸਮਝੇਗਾ ਉਹਨਾਂ ਨੂੰ ਹੱਲ ਕੌਣ ਕਰੇਗਾ ਹੁਣ ਤੁਸੀਂ ਆਪ ਹੀ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਹੁਣ ਤਾਂ ਉਹ ਸੁਪਰੀਮ ਕੋਰਟ ਚਲੇ ਗਏ ਇਸ ਮਸਲੇ ਨੂੰ ਲੈ ਕੇ ਉਹਨਾਂ ਨੇ ਕਹਿਣਾ ਕਿ ਦੇਖੋ ਜੀ ਅਸੀਂ ਤਾਂ ਸੁਪਰੀਮ ਕੋਰਟ ਚਲੇ ਗਏ ਆ ਔਰ ਸੁਪਰੀਮ ਕੋਰਟ ਜਿਹੜਾ ਹੱਲ ਕਰੇਗੀ ਉਹਦੇ ਹਿਸਾਬ ਨਾਲ ਅਸੀਂ ਮੰਨ ਲਾਂਗੇ ਸੋ ਕੈਪਟਨ ਸਾਹਿਬ ਤਾਂ ਹੁਣ ਇਹੀ ਗੱਲ ਕਹਿ ਰਹੇ ਨੇ ਕਿ ਕਾਨੂੰਨ ਦੇ ਉੱਤੇ ਜਿਹੜਾ ਹੈਗਾ ਸਾਡਾ ਭਰੋਸਾ ਹੈ ਔਰ ਕਾਨੂੰਨ ਦੇ ਮੁਤਾਬਕ ਅਸੀਂ ਚੱਲਾਂਗੇ ਸੋ ਇੱਕ ਕਿਸਮ ਦੀ ਤੁਸੀਂ ਦੇਖੋਗੇ ਕਿ ਪਾਣੀ 'ਚ ਮਦਾਨੀ ਇਹ ਪੈ ਚੁੱਕੀ ਹੈ ਹੁਣ ਤਾਂ ਇਹਨੂੰ ਰਿੜਕਣਗੇ ਵੱਖ-ਵੱਖ ਧਿਰਾਂ ਇਹਨੂੰ ਰਿੜਕਣਗੇ ਇਸ ਮਸਲੇ ਨੂੰ ਔਰ ਨਿਕਲਣਾ ਇਹਦੇ 'ਚ ਕੁਝ ਨਹੀਂ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਹੁਣ ਤਾਂ ਸਿਰਫ ਵੋਟਾਂ ਦੀ ਪੋਲਰਾਈਜੇਸ਼ਨ ਦੇ ਉੱਤੇ ਜਿਹੜਾ ਹੈਗਾ ਏਜੰਡਾ ਚੱਲ ਰਿਹਾ ਸੁਖਵਿੰਦਰ ਜੀ ਬਿਲਕੁਲ ਆਪਾਂ ਅਗਲੀ ਖਬਰ ਦੀ ਜੇਕਰ ਗੱਲਬਾਤ ਕਰੀਏ ਕੱਲ ਸੋਨੀਆ ਗਾਂਧੀ ਦੇ ਵੱਲੋਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਬਾਕੀ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਦੇ ਨਾਲ ਬੈਠ ਕੇ ਇੱਕ ਮੀਟਿੰਗ ਕੀਤੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਉਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕੀ ਕੁਝ ਸਿੱਟਾ ਆਇਆ
ਸੁਖਵਿੰਦਰ ਜੀ, ਆਪਾਂ ਕੱਲ ਵੀ ਕਿਹਾ ਸੀਗਾ ਕਿ ਇਹ ਇੱਕ ਬਹੁਤ ਹੀ ਚੰਗੀ ਗੱਲ ਹੈ ਕਿ ਜੇਕਰ ਤੁਸੀਂ 24 ਦੇ ਵਿੱਚ ਮੋਦੀ ਸਰਕਾਰ ਨੂੰ, ਬੀਜੇਪੀ ਨੂੰ ਹਰਾਉਣਾ ਹੈ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਕੱਠਾ ਹੋਣਾ ਪਏਗਾ। ਇਹ ਆਪਾਂ ਕੱਲ ਗੱਲ ਕੀਤੀ ਸੀਗੀ ਔਰ ਉਹੀ ਗੱਲ ਸੋਨੀਆ ਨੇ ਇੱਕ ਫਰਾਕ-ਦਿਲੀ ਦਿਖਾਈ ਹੈ ਔਰ ਫਰਾਕ-ਦਿਲੀ ਦਿਖਾਉਂਦੇ ਹੋਏ ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਆਪਣੀ ਜਿਹੜੀ ਹੈਗੀ ਹੈ ਅੜੀ ਛੱਡਣੀ ਹੋਏਗੀ, ਆਪਣੇ ਜਿਹੜਾ ਰਾਜਨੀਤਿਕ ਏਜੰਡਾ ਉਹ ਤੁਹਾਨੂੰ ਛੱਡਣਾ ਹੋਏਗਾ ਔਰ ਆਪਣੇ ਜਿਹੜਾ ਹੈਗਾ ਸਭ ਨੂੰ ਇੱਕ ਨਾਲ ਲੈ ਕੇ, ਚਾਹੇ ਉਹ ਛੋਟੀਆਂ ਪਾਰਟੀਆਂ ਨੇ ਚਾਹੇ ਵੱਡੀਆਂ ਪਾਰਟੀਆਂ ਨੇ, ਉਹਨਾਂ ਨੂੰ ਨਾਲ ਲੈ ਕੇ ਤੁਹਾਨੂੰ ਅੱਗੇ ਵਧਣਾ ਹੋਏਗਾ ਔਰ 24 ਦੇ ਵਿੱਚ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ, ਹਜੇ ਤਾਂ ਸਿਰਫ 18-19 ਪਾਰਟੀਆਂ ਹੀ ਇਕੱਠੀਆਂ ਹੋਈਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਪਾਰਟੀਆਂ ਨੂੰ ਵੀ, ਕਾਂਗਰਸ ਨੂੰ ਮੈਨੂੰ ਲੱਗਦਾ ਕਿ ਲੀਡ ਲੈਣੀ ਚਾਹੀਦੀ ਹੈ ਔਰ ਜਿਹੜਾ ਵੀ ਕੋਈ ਪ੍ਰਾਈਮ ਮਿਨਿਸਟਰ ਦਾ, PM ਦਾ ਕੋਈ ਚਿਹਰਾ ਬਣਦਾ ਹੈ ਉਹਨੂੰ ਵੀ ਮੈਨੂੰ ਲੱਗਦਾ ਕਿ ਉਹ ਚੁਣ ਲੈਣਾ ਚਾਹੀਦਾ ਹੈ ਔਰ ਉਹਨਾਂ ਨੂੰ ਅੱਗੇ ਲਾ ਕੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬੀਜੇਪੀ ਨੂੰ ਟੱਕਰ ਦੇਣੀ ਆ, ਕਿਉਂਕਿ ਵੱਡੀ ਪਾਰਟੀ ਹੈ ਇਹ, ਕੋਈ ਇੰਨਾ ਆਸਾਨ ਕੰਮ ਨਹੀਂ ਹੈ ਕਿ ਦੁਨੀਆ ਦੀ ਸਭ ਤੋਂ ਆਰਗੇਨਾਈਜ਼ਡ ਪਾਰਟੀ ਔਰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੀ ਜਿਹੜਾ ਹੈਗਾ ਦਾ ਮੁਕਾਬਲਾ ਕਰਨਾ, ਉਹਦੇ ਨਾਲ ਟੱਕਰ ਲੈਣੀ, ਇਹਦਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਪਰ ਇਹਦਾ ਇਹ ਵੀ ਨਹੀਂ ਮੈਂ ਕਹਿ ਰਿਹਾ ਕਿ ਕੋਈ ਅਸੰਭਵ ਨਹੀਂ ਹੈ, ਬਹੁਤ ਚੀਜ਼ਾਂ ਹੋ ਸਕਦੀਆਂ ਨੇ, ਉਹਨਾਂ ਨੂੰ ਹਰਾਇਆ ਜਾ ਸਕਦਾ ਹੈ। ਜਿਵੇਂ ਬੰਗਾਲ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਹਰਾਇਆ ਗਿਆ, ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਸਾਰੀ ਤਾਕਤ ਉਹਨਾਂ ਨੇ ਚੁੱਕੀ ਸੀਗੀ, ਦਿੱਲੀ ਦੇ ਵਿੱਚ ਕੇਜਰੀਵਾਲ ਨੇ ਹਰਾਇਆ। ਸੋ ਇਸ ਕਿਸਮ ਦਾ ਜੇ ਉਹ ਤਾਂ ਹੀ ਹੋ ਸਕਦਾ ਹੈ ਜੇਕਰ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਇੱਕ ਦੂਜੇ ਦੇ ਜਿਹੜੇ ਉੱਤੇ ਬਲੇਮਬਾਜ਼ੀ ਨਾ ਕਰਕੇ ਆਪਣਾ ਕਾਮਨ ਮਿਨੀਮਮ ਪ੍ਰੋਗਰਾਮ ਬਣਾ ਕੇ ਲੜਨਗੀਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਇਹੀ ਬਣਦੀ ਹੈ ਕਿ ਅੱਜ ਉਹ 18-19 ਤੋਂ ਬਾਅਦ ਅੱਗੇ 40-45 ਪਾਰਟੀਆਂ ਨੇ, ਜੇਕਰ ਉਹ ਇਕੱਠੀਆਂ ਹੋ ਜਾਂਦੀਆਂ ਨੇ, ਇੱਕ ਵੱਡਾ ਫਰੰਟ ਬਣਾਉਂਦੀਆਂ ਨੇ, ਤਾਂ ਇਹਦੇ ਨਾਲ ਸੰਭਾਵਨਾਵਾਂ ਨੇ ਕਿ 24 ਦੇ ਵਿੱਚ ਜਿਹੜੀ ਹੈਗੀ ਹੈ ਸਰਕਾਰ ਨੂੰ, ਜਿਹੜੀ ਹੈਗੀ ਹੈ ਬੀਜੇਪੀ ਸਰਕਾਰ ਨੂੰ ਬਹੁਤ ਵੱਡੀ ਟੱਕਰ ਜਿਹੜੀ ਹੈਗੀ ਹੈ ਜ਼ਰੂਰ ਦਿੱਤੀ ਜਾ ਸਕੇਗੀ ਕੱਲ ਦੀ ਮੀਟਿੰਗ ਤੋਂ ਬਾਅਦ। ਜੀ ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਨਾਲ ਹੋਈ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।